देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਜਦੋਂ ਬੀਜੇਪੀ ਸਰਕਾਰ ਨੇ ਬਾਕੀ ਸਾਰੇ ਹੱਥਕੰਡੇ ਫੇਲ ਹੋ ਗਏ ਨਾ, ਜਿੱਦਾਂ ਖੱਟੜ ਨੇ ਰੋਕਣਾ ਚਾਹਿਆ ਕਿ ਹਰਿਆਣੇ ਤੋਂ ਲੰਘਣ ਨਹੀਂ ਦਿਆਂਗੇ ਅਸੀਂ, ਉਹ ਬੈਰੀਕੇਡ ਤੋੜ ਕੇ ਲੰਘ ਗਏ। ਜਦੋਂ ਉੱਥੇ ਸਾਰਾ ਲੱਖਾਂ ਦਾ ਇਕੱਠ ਹੋ ਗਿਆ, ਬੀਜੇਪੀ ਨੇ ਬਹੁਤ ਵੱਡੇ ਪੱਧਰ ਤੇ ਡਿਸਇਨਫੋਰਮੇਸ਼ਨ ਕੈਂਪੇਨ ਲਾਂਚ ਕੀਤਾ ਆਪਣੇ ਆਈਟੀ ਸੈੱਲਸ ਦੇ ਥਰੂ। ਤਾਂ ਹੁਣ ਇਸ ਏਜੰਸੀ ਦਾ NIA ਦਾ ਦੁਰਉਪਯੋਗ ਕਰਕੇ ਜਿਹੜੇ ਮੋਰਚੇ ਦੇ ਵਿੱਚ ਲੋਕ ਮਦਦ ਕਰ ਰਹੇ ਨੇ, ਬੈਠੇ ਨੇ, ਖਾਲਸਾ ਏਡ ਵਰਗੇ ਸਪੋਰਟ ਕਰ ਰਹੇ ਨੇ, ਜਾਂ ਦੀਪ ਸਿੱਧੂ ਹੈ ਜਾਂ ਬਲਦੇਵ ਸਿੰਘ ਸਰਸਾ, ਉਹਨਾਂ ਨੂੰ ਟਾਰਗੇਟ ਕਰਕੇ ਇੱਥੋਂ ਤਾਂ ਹੀ ਸ਼ਰੇਆਮ ਸਾਨੂੰ ਨਜ਼ਰ ਇਹ ਆਉਂਦਾ ਵਾ ਕਿ ਇਹਦੀ ਟਾਈਮਿੰਗ ਐਂਡ ਦੀ ਨੋਟਿਸਿਸ ਬੀਇੰਗ ਇਸ਼ੂਡ ਟੂ ਦ ਪੀਪਲ ਕੈਟੇਗੋਰਿਕਲੀ ਸਟੇਟ ਦੈਟ ਦਿਸ ਇਜ਼ ਏ ਵੈਲ ਪਲੈਨਡ ਡਰਾਈਵ ਕਿਸਾਨ ਪ੍ਰੋਟੈਸਟ, ਔਰ ਉਸ ਨੂੰ ਕਮਜ਼ੋਰ ਕਰਕੇ ਉਸ ਨੂੰ ਫੇਲ ਕਰਨ ਦੇ ਚੱਕਰਾਂ ਵਿੱਚ ਬੀਜੇਪੀ ਪਈ। ਖੈਰ ਸਾਹਿਬ, ਇਹ ਜਿਹੜੀ ਟਾਈਮਿੰਗਸ ਹੈਗੀਆਂ ਨਾ ਇਹਦੇ ਨੋਟਿਸ ਦੀ, ਇਸ ਦੇ ਉੱਤੇ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ, ਤੁਸੀਂ ਕਿਸ ਤਰੀਕੇ ਨਾਲ? ਸ਼ਰੇਆਮ ਨਜ਼ਰ ਆ ਰਿਹਾ ਜੀ ਕਿ ਪਹਿਲਾਂ ਯੂਆਪਾ ਤੇ NIA ਪਿਛਲੇ 6 ਮਹੀਨਿਆਂ ਤੋਂ ਕੋਈ ਕਾਰਵਾਈ ਨਹੀਂ ਕਰ ਰਹੀ। ਇੱਕ ਜਦੋਂ ਅੰਦੋਲਨ ਖੜਾ ਹੋ ਜਾਂਦਾ, ਜਦੋਂ ਲੱਖਾਂ ਦੀ ਤਾਦਾਦ 'ਚ ਉੱਥੇ ਲੋਕ ਪਹੁੰਚ ਜਾਂਦੇ ਨੇ, ਜਦੋਂ ਬੀਜੇਪੀ ਸਰਕਾਰ ਨੇ ਬਾਕੀ ਸਾਰੇ ਹੱਥਕੰਡੇ ਫੇਲ ਹੋ ਗਏ ਨਾ, ਜਿੱਦਾਂ ਖੱਟੜ ਨੇ ਰੋਕਣਾ ਚਾਹਿਆ ਕਿ ਹਰਿਆਣੇ ਤੋਂ ਲੰਘਣ ਨਹੀਂ ਦਿਆਂਗੇ ਅਸੀਂ, ਉਹ ਬੈਰੀਕੇਡ ਤੋੜ ਕੇ ਲੰਘ ਗਏ। ਜਦੋਂ ਉੱਥੇ ਸਾਰਾ ਲੱਖਾਂ ਦਾ ਇਕੱਠ ਹੋ ਗਿਆ, ਬੀਜੇਪੀ ਨੇ ਬਹੁਤ ਵੱਡੇ ਪੱਧਰ ਤੇ ਡਿਸਇਨਫੋਰਮੇਸ਼ਨ ਕੈਂਪੇਨ ਲਾਂਚ ਕੀਤਾ ਆਪਣੇ IT ਸੈੱਲਸ ਦੇ ਥਰੂ ਕਿ ਇਹ ਜਿਹੜਾ ਮੋਰਚਾ ਇਹ ਹੁੱਲੜਬਾਜ਼ਾਂ ਦਾ ਵਾ, ਇਹ ਨਕਸਲਵਾਦੀਆਂ ਦਾ ਵਾ, ਇਹ ਖਾਲਿਸਤਾਨੀ ਨੇ, ਇਹਨਾਂ ਨੂੰ ਪੈਸਾ ਪਾਕਿਸਤਾਨ ਭੇਜ ਰਿਹਾ, ਇਹਨਾਂ ਨੂੰ ਚੀਨ ਭੇਜ ਰਿਹਾ। ਜਦੋਂ ਕੋਈ ਗੱਲ ਨਹੀਂ ਚੱਲੀ ਤਾਂ ਹੁਣ ਇਸ ਏਜੰਸੀ ਦਾ NIA ਦਾ ਦੁਰਉਪਯੋਗ ਕਰਕੇ ਜਿਹੜੇ ਮੋਰਚੇ ਦੇ ਵਿੱਚ ਲੋਕ ਮਦਦ ਕਰ ਰਹੇ ਨੇ, ਬੈਠੇ ਨੇ, ਖਾਲਸਾ ਏਡ ਵਰਗੇ ਸਪੋਰਟ ਕਰ ਰਹੇ ਨੇ, ਜਾਂ ਦੀਪ ਸਿੱਧੂ ਹੈ ਜਾਂ ਬਲਦੇਵ ਸਿੰਘ ਸਰਸਾ, ਉਹਨਾਂ ਨੂੰ ਟਾਰਗੇਟ ਕਰਕੇ ਇੱਥੋਂ ਤਾਂ ਹੀ ਸ਼ਰੇਆਮ ਸਾਨੂੰ ਨਜ਼ਰ ਇਹ ਆਉਂਦਾ ਵਾ ਕਿ ਇਹਦੀ ਟਾਈਮਿੰਗ ਐਂਡ ਦੀ ਨੋਟਿਸਿਸ ਬੀਇੰਗ ਇਸ਼ੂਡ ਟੂ ਦ ਪੀਪਲ categorically state that this is a well planned drive to demoralize the ਕਿਸਾਨ protest, ਔਰ ਉਸ ਨੂੰ ਕਮਜ਼ੋਰ ਕਰਕੇ ਉਸ ਨੂੰ ਫੇਲ ਕਰਨ ਦੇ ਚੱਕਰਾਂ ਵਿੱਚ ਬੀਜੇਪੀ ਪਈ ਹੋਈ ਹੈ। ਖੈਰ ਸਾਹਿਬ, ਕਿਉਂ ਇਸ ਤਰੀਕੇ ਦੇ ਹੀਲੇ ਜਿਹੜੇ ਅਪਣਾਏ ਜਾ ਰਹੇ ਨੇ? ਕੀ ਸਿਰਫ ਫੇਲ ਕਰਨ ਦੇ ਤਰੀਕਾ ਹੈ ਜਾਂ ਸਿਰਫ ਟਾਰਪੀਡੋ ਕਰਨ ਦੀ? ਨਹੀਂ, ਮੈਂ ਤੁਹਾਨੂੰ ਕਹਿਦਾ ਰਿਹਾ ਕਿ ਇਹਨੂੰ ਮੋਰਚੇ ਨੂੰ ਜਦੋਂ ਹੋਰ ਬਾਕੀ ਚੀਜ਼ਾਂ ਨਾਲ ਟਾਰਪੀਡੋ ਨਹੀਂ ਕਰ ਸਕੇ ਤਾਂ ਉਹਨਾਂ ਨੇ ਕਿਹਾ ਹੁਣ ਸਿੱਧਾ ਇਹਨਾਂ ਨੂੰ ਡਰਾਓ ਧਮਕਾਓ। ਜਿਹੜਾ ਉਹ ਕਹਿੰਦੇ ਨਾ ਕਿ ਇਹ ਲੋਕ ਟੈਰਰ ਆਰਗੇਨਾਈਜੇਸ਼ਨਸ ਨਾਲ ਜੁੜੇ ਹੋਏ ਨੇ ਜਾਂ SFG ਦੇ ਨਾਲ ਜੁੜੇ, ਅਸਲ ਵਿੱਚ ਬੀਜੇਪੀ ਦੀ ਸਰਕਾਰ ਦਹਿਸ਼ਤ ਹੁਣ ਆਪ ਫੈਲਾ ਰਹੀ ਆ। ਜੇ ਕੋਈ ਜੈਨੂਅਨਲੀ ਦਹਿਸ਼ਤਗਰਦ ਨਾਮਜ਼ਦ ਹੋਣਾ ਚਾਹੀਦਾ ਤਾਂ ਸਰਕਾਰ ਆ, ਨਾ ਕਿ ਇਹ ਜਿਹੜੀਆਂ ਜਥੇਬੰਦੀਆਂ ਤੇ ਇਹ ਜਿਹੜੇ ਲੋਕ ਨੇ। ਕਿਸਾਨਾਂ ਨੇ ਸਾਫ਼ ਮਨਾ ਕਰਤਾ ਕਿ ਅਸੀਂ ਇਹਨਾਂ ਨੋਟਿਸਾਂ ਦਾ ਕੋਈ ਜਵਾਬ ਨਹੀਂ ਦੇਵਾਂਗੇ, ਨਾ ਅਸੀਂ ਪੇਸ਼ੀ ਦੇ ਵਿੱਚ ਸ਼ਾਮਲ ਹਾਂ। ਚੰਗੀ ਗੱਲ ਹੈ ਜੀ। ਮੈਂ ਸਮਝਦਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਇਹਨਾਂ ਦੀ ਡਿਫੈਂਸ ਲੈਣੀ ਚਾਹੀਦੀ ਹੈ, ਔਰ ਜਿਹੜੀ ਗਵਰਨਮੈਂਟ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਉਹਦੇ ਵਿੱਚ ਪ੍ਰਮੁੱਖ ਏਜੰਡਾ ਜਿਹੜਾ ਇੱਕ ਇਹ ਰੱਖਿਆ ਜਾਣਾ ਚਾਹੀਦਾ। ਖੈਰ ਸਾਹਿਬ, ਕੱਲ੍ਹ ਦਿੱਲੀ 'ਚ ਜਿਹੜਾ ਕਿਸਾਨ ਜਨ ਸੰਵਾਦ ਹੋਇਆ ਹੈ ਉਸ ਦੇ ਵਿੱਚ ਤੁਸੀਂ ਵੀ ਸ਼ਾਮਲ ਸੀਗੇ, ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਸੀਗੇ, ਗੁਰਨਾਮ ਸਿੰਘ ਝੜੂਨੀ ਵੀ ਉੱਥੇ ਸ਼ਾਮਲ ਸੀਗੇ, ਲੇਕਿਨ ਉਸ ਨੂੰ ਦੇਖਦੇ ਹੋਏ ਜਿਹੜੇ ਕਿਸਾਨ ਸੰਯੁਕਤ ਮੋਰਚਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ, ਉਹਨਾਂ ਨੂੰ ਮੇਰਾ ਖਿਆਲ ਹੈ ਉਹ ਕੱਲ੍ਹ ਇੱਕ ਤਿਆਰੀ ਮੀਟਿੰਗ ਸੀਗੀ ਕੌਂਸਟੀਟਿਊਸ਼ਨ ਕਲੱਬ ਵਿੱਚ ਦਿੱਲੀ। ਉੱਥੇ 12-13 ਪੋਲੀਟੀਕਲ ਪਾਰਟੀਜ਼ ਦੇ ਲੀਡਰ ਸੀਗੇ, ਪੰਜਾਬ 'ਚੋਂ ਵੀ ਬਹੁਤ ਸਾਰੇ ਲੋਕ ਗਏ ਸੀਗੇ। ਗੁਰਨਾਮ ਸਿੰਘ ਝੜੂਨੀ ਦਾ ਕੋਈ ਇਲ ਇੰਟੈਂਸ਼ਨ ਨਹੀਂ, ਉਹ ਬਿਲਕੁਲ ਨਹੀਂ ਕਹਿ ਰਹੇ। ਉਹਨਾਂ ਦੀ ਇੰਟਰਵਿਊਜ਼ ਮੈਂ ਸੁਣ ਰਿਹਾ ਸੀਗਾ, ਉਹਨਾਂ ਨੇ ਕਦੀ ਨਹੀਂ ਕਿਹਾ ਕਿ ਅਸੀਂ ਕਿਸਾਨਾਂ ਦੇ ਅੰਦੋਲਨ ਵਿੱਚ ਪੋਲੀਟੀਕਲ ਆਦਮੀਆਂ ਨੂੰ ਇਨਵਾਈਟ ਕਰਨ ਲੱਗੇ ਆ ਜਾਂ ਇਹਨਾਂ ਨੂੰ ਉੱਥੇ ਬਿਠਾਉਣ ਲੱਗੇ ਆ ਜਾਂ ਇਹਨਾਂ ਦੀ ਮੁਦਾਖਲਤ ਕਰਾਉਣ ਲੱਗੇ ਆ। ਉਹਨਾਂ ਦਾ ਇਹ ਮੰਨਣਾ, ਉਹਨਾਂ ਦੇ ਨਾਲ ਪਿੱਛੇ ਇੱਕ ਹਿਊਮਨ ਰਾਈਟਸ ਦਾ ਗਰੁੱਪ ਜੁੜਿਆ ਹੋਇਆ ਵਾ, ਉਹ ਕਹਿੰਦੇ ਸੀਗੇ ਕਿ ਜਿਹੜੀ ਪੋਲੀਟੀਕਲ ਜਮਾਤ ਆ, ਜਿਹੜੀਆਂ ਆਪੋਜੀਸ਼ਨ ਪਾਰਟੀਜ਼ ਨੇ, ਉਹ ਚੁੱਪ ਕੇ ਬੈਠੀਆਂ ਹੋਈਆਂ ਨੇ। ਇਹਨਾਂ ਨੂੰ ਵੀ ਅੰਦੋਲਨ ਦੀ ਸਪੋਰਟ ਕਰਨ ਦੇ ਵਾਸਤੇ ਇਹਨਾਂ ਨੂੰ ਮੋਹਰੇ ਆਉਣਾ ਚਾਹੀਦਾ। ਔਰ ਇਹ ਨਾ ਸੀ ਉਸ ਧਰਨੇ ਵਿੱਚ ਪੋਲੀਟੀਕਲ ਬੰਦਿਆਂ ਨੇ ਸ਼ਮੂਲੀਅਤ ਕਰਨੀ ਸੀ, ਨਾ ਉਹਨਾਂ ਨੇ ਇਹਨਾਂ ਦੇ ਸਟੇਜਾਂ 'ਤੇ ਜਾਣਾ ਸੀਗਾ। ਇਹ ਇੱਕ ਪੈਰਲਲ ਪ੍ਰੈਸ਼ਰ ਪਾਉਣ 'ਤੇ ਸਰਕਾਰ ਤੇ ਇਹ ਆਲ ਪਾਰਟੀ ਇੱਕ ਧਰਨਾ ਜਾਂ ਆਲ ਪਾਰਟੀ ਇੱਕ ਜਨ ਸੰਸਦ ਬੁਲਾਉਣ ਦੀ ਪ੍ਰਪੋਜ਼ਲ ਦੇ ਸਿਲਸਿਲੇ ਵਿੱਚ ਕੱਲ੍ਹ ਮੀਟਿੰਗ ਸੀਗੀ। ਤੇ ਸਹੀ ਕੀਤਾ ਜਿਹੜਾ ਸੰਯੁਕਤ ਮੋਰਚਾ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਹੈ? ਮੇਰਾ ਖਿਆਲ ਹੈ ਕਿ ਸੰਯੁਕਤ ਮੋਰਚੇ ਨੂੰ ਜਿਹੜਾ ਉਹਨਾਂ ਨੇ ਗੁਰਨਾਮ ਸਿੰਘ ਉਹਨਾਂ ਨੂੰ ਕੋਈ ਸਸਪੈਂਡ ਕਰਨ ਦਾ ਉਪਰਾਲਾ ਕੀਤਾ, ਉਹਦੇ 'ਤੇ ਰਿਵਿਊ ਕਰਨਾ ਚਾਹੀਦਾ। ਗੁਰਨਾਮ ਸਿੰਘ ਇੱਕ ਜੁਝਾਰੂ ਬੰਦਾ ਵਾ। ਜੇ ਅੱਜ ਕਿਸਾਨ ਦਿੱਲੀ ਦੇ ਬਾਰਡਰ 'ਤੇ ਬੈਠੇ ਨੇ ਤਾਂ ਗੁਰਨਾਮ ਸਿੰਘ ਦਾ ਉਹਦੇ ਵਿੱਚ ਯੋਗਦਾਨ ਹੈ ਬੜਾ ਵੱਡਾ, ਇਸ ਕਰਕੇ ਉਹਦੇ ਨਾਲ ਬੇਇਨਸਾਫੀ ਨਹੀਂ ਕਰਨੀ ਚਾਹੀਦੀ। ਵੈਸੇ ਮੇਰਾ ਆਖਰੀ ਸਵਾਲ ਤੁਹਾਡੇ ਤੋਂ, 14 ਫਰਵਰੀ ਨੂੰ ਪੰਜਾਬ ਦੀ ਜਿਹੜੇ ਨਗਰ ਨਿਗਮ ਦੀ ਚੋਣਾਂ ਹੋਣ ਜਾ ਰਹੀ, ਕੀ ਤੁਹਾਡੀ ਪਾਰਟੀ ਵੀ ਉਹਦੇ 'ਚ ਚੋਣਾਂ ਲੜੇਗੀ? ਇਹ ਕੋਈ ਚੋਣਾਂ ਦਾ ਟਾਈਮ ਹੀ ਨਹੀਂਗਾ ਜੀ। ਅੱਜ ਤਾਂ ਸਾਰੀ ਦੁਨੀਆ ਦਾ ਧਿਆਨ ਕੇਵਲ ਤੇ ਕੇਵਲ ਕਿਸਾਨਾਂ ਦੇ ਸੰਘਰਸ਼ 'ਤੇ ਲੱਗਿਆ। ਇਹ ਕਾਮਯਾਬ ਹੋਣਾ ਚਾਹੀਦਾ। ਜਿਹੜੀਆਂ ਪਾਰਟੀਆਂ ਇੱਥੇ ਚੋਣਾਂ ਲੜਦੀਆਂ ਫਿਰਦੀਆਂ ਨੇ, ਮੈਂ ਸਮਝਦਾ ਕਿ ਲੋਕ ਵੋਟਰਾਂ ਨੂੰ, ਜਿਹੜੇ ਕੈਂਡੀਡੇਟ ਆਉਂਦੇ ਉਹਨਾਂ ਨੂੰ ਪਹਿਲਾਂ ਪੁੱਛਣਾ ਚਾਹੀਦਾ ਕਿ ਤੁਸੀਂ ਉੱਥੇ ਗੇੜਾ ਕੱਢ ਕੇ ਆਏ ਹੋ, ਤੁਸੀਂ ਉਸ ਅੰਦੋਲਨ ਵਿੱਚ ਸ਼ਿਰਕਤ ਕੀਤੀ, ਫਿਰ ਵੋਟ ਪਾਵਾਂਗੇ। ਇਹ ਫਿਊਟਾਈਲ ਐਕਸਰਸਾਈਜ਼ ਹੋ ਰਹੀ ਹੈ। ਔਰ ਜਿਹੜੀਆਂ ਪਾਰਟੀਆਂ ਇੱਥੇ NIA ਦੀ ਮੈਂ ਗੱਲ ਕਰ ਲਾਂ, ਇਹ ਇਹਨਾਂ ਪਾਰਟੀਆਂ ਦੀ ਦੇਣ ਆ ਜਿਹੜੀ NIA ਪੰਜਾਬ ਦੇ ਵਿੱਚ ਐਕਟਿਵ ਹੈ। ਸੁਖਬੀਰ ਸਿੰਘ ਬਾਦਲ ਅੱਜ ਤਾਂ ਬੜੇ ਆਸਾਨ ਤਰੀਕੇ ਨਾਲ ਕੰਡੈਮ ਕਰ ਰਹੇ ਨੇ, ਪਰ ਉਹ ਭੁੱਲ ਗਏ
ਕਿ 47 ਮੁਕੱਦਮੇ NIA ਦੇ ਜ਼ਰੀਏ ਪੰਜਾਬ ਪੁਲਿਸ ਨੇ ਮਿਲ ਕੇ ਯੂਆਪਾ ਦੇ ਕਾਲੇ ਕਾਨੂੰਨ ਦੇ ਇੱਥੇ ਦਰਜ ਕੀਤੇ ਔਰ ਯੂਆਪਾ ਦੀ ਜਿਹੜੀ ਅਮੈਂਡਮੈਂਟਸ ਕਰਕੇ ਇਹਨੂੰ ਕਾਲਾ ਕਾਨੂੰਨ ਬਣਾਇਆ ਬੀਜੇਪੀ ਨੇ, ਜਿਹੜਾ ਟਾਡਾ ਤੇ ਪੋਟਾ ਨਾਲੋਂ ਵੀ ਜ਼ਿਆਦਾ ਡੇਂਜਰਸ ਬਣਾਇਆ। ਇਹ ਜਦੋਂ ਅਮੈਂਡਮੈਂਟਸ ਹੋਈਆਂ ਪਿਛਲੀ ਟੈਨਿਓਰ ਵਿੱਚ ਮੋਦੀ ਦੀ, ਉਦੋਂ ਅਕਾਲੀ ਦਲ ਨੇ ਉਹਨੂੰ ਵੋਟਾਂ ਪਾਈਆਂ ਨੇ। ਦੇਅਰਫੋਰ ਔਰ ਕਾਂਗਰਸ ਨੇ ਵੀ ਇਸੇ ਟੈਨਿਓਰ ਵਿੱਚ ਲਗਭਗ 50 ਮੁਕੱਦਮੇ ਯੂਆਪਾ ਦੇ ਦਰਜ ਕਰਦੇ ਨੇ, ਮੁੜ ਕੇ ਉਹਨਾਂ ਨੂੰ ਹੈਂਡਓਵਰ ਕਰ ਦਿੰਦੇ NIA ਨੂੰ। ਸੋ NIA ਨੂੰ ਪੰਜਾਬ ਵਿੱਚ ਲਿਆਉਣ ਵਾਲੇ ਕੌਣ ਨੇ? ਇਹੀ ਜਿਹੜੀਆਂ ਪੋਲੀਟੀਕਲ ਪਾਰਟੀ ਦਾ ਮੈਂ ਨਾਮ ਲਿਆ। ਧੰਨਵਾਦ ਜੀ। ਬਿਲਕੁਲ ਇਹ ਸੀਗੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਜਿਹੜਾ NIA ਦੇ ਨੋਟਿਸਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਤਾਂ ਸਾਫ਼ ਕਿਹਾ ਹੈ ਕਿ ਇਹ ਜਿਹੜਾ ਤੇ ਕੇਂਦਰ ਦੀ ਚਾਲ ਹੈਗੀ, ਲੇਕਿਨ ਇਹ ਚਾਲਾਂ ਦੇ ਵਿੱਚ ਆਪਣੇ ਕਾਮਯਾਬ ਨਹੀਂ ਹੋ ਪਾਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, दैनिक सवेरा TV। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।